नानक नाम चढ़दी कला तेरे भाने सरबत दा भला। वेलकम टू द स्पिरिचुअल जर्नी दर्शन सागर। आप सब जी का तह दिल तो स्वागत है। आस है कि आप जी सब महाराज जी की कृपा नाल राजी खुशी होगी। जिथे दाते दी नज़र मेहर हो जाती है ते उत्थे की कहंदे बरकतां ते रहमतां दे भंडार अपने आप ही आने शुरू हो जाते हैं। ते रहमतां दे भंडार ते बरकतां दा तो ये मुराद नहीं कि पैसे आने शुरू हो जाते हैं ते जां की कहंदे आ कि माल प्रॉपर्टियां आने शुरू हो जाते नहीं। तुहाडी आत्मा नूं इंटरनली अंदरला सकून मिलना शुरू हो जाता, भरोसा आना शुरू हो जाता। आपां पिछले एपीसोड च गल कीती सी धन दी कि धन जिहड़ी सेवा वो किस तरह देनी चाहिए। तन मन धन ते मेरा उहदे विच आप जी नूं जो कहण दा मकसद सीगा वो ये सीगा कि आप जी जिथे भी सेवा दिओ, जिथे भी सेवा पाओ, मन तो होके पाओ। और जिहड़ी सेवा उत्थे पाई जां पा दित्ती ओहदे मतले दोबारा फिर सोच नहीं होनी चाहिदी, ओहदे प्रति कोई सोच नहीं आनी चाहिदी। कहण तो भाव कि निस्वार्थ होके, ये नहीं कि जे असी सेवा जिन्नी पाना चाहते सी उन्नी नहीं ज्यादा पाई है ते नहीं चाहते सी तां नहीं, जो मन तो मन करदा जरूर पाओ। देखो जे असी सेवा नहीं पावांगे, सेवा नहीं दांगे ते गुरु घर ते अपने जेड़े धार्मिक स्थान ने ये किस तरह चलणगे, क्योंकि उत्थे संगतां आंदियां ने, लंगर लगदे ने ते होर जेड़े ड्यूटियां करदे ने उन्हां नूं तनखाहां मिलदियां ते ये सब तां ही संभव है ना कि जे उत्थे कोई इनकम होएगी। हाँ, पहला मुश्किल सी, हुण तकरीबन मतलब कि तकरीबन सब ते कोई ना कोई नाल बिजनेस हैगे आ ते जिन्हां नाल थोड़ी बहुती इनकम जनरेट हुंदी है, पर सेवा तो बिना नहीं हो सकदा। तो मैं आप जी नूं कदे भी ये किहा नहीं आप जी सेवा ना पाओ। सो प्लीज गलत नहीं लेना। मेरा मकसद इहो ही है कि जो आप जी ने दिता, जिस तरह महाराज जी ने किया, मैं नहीं कि मन तन तो होके दिओ ते उस तो बाद ओहदे बारे अपना जिक्र मत करो। दूसरा अज साडे इत्थे आप सब जी नूं पता होना कि क्वीन जिहड़ी साडे मलका जिन्नू तुसीं कहंदे हो इंग्लैंड दी राणी, ਉਹ ਆਪਣਾ स्वर्गवास हो गई सी ते अज उन्हां दा फ्यूनल सी ते सवेर तो मेरा ख्याल सारी दुनिया दे विच उन्हां दा फ्यूनल जो है ਉਹ ਲੋਕੀ ਦੇਖ ਰਹੇ ਨੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹੋ ਹੀ ਅੱਜ ਰਿਮਾਈਂਡ ਕਰਾਉਂਦਾ ਕਿ ਹਜੂਰ ਮਾਇਆ ਮਹਾਰਾਜ ਜੀ ਕਿਹਾ ਕਰਦੇ ਸੀ, ਮਹਾਰਾਜ ਦਰਸ਼ਨਦਾਸ ਜੀ, ਓਏ ਐਸੀ ਮੋਤੇ ਮਰੀਏ ਉਹ ਜਿੱਥੇ ਦੁਨੀਆ ਯਾਦ ਕਰੇ। ਤੁਸੀਂ ਤੇ ਮੱਥੇ ਟੇਕ ਟੇਕ ਕੇ ਮੁਰਾਦਾਂ ਮੰਗ ਮੰਗ ਕੇ ਥੱਕ ਚੁੱਕੇ ਹੋ, ਕੋਈ ਐਸਾ ਕਰਮ ਕਰ ਲੋ ਕਿ ਜਿਹੜਾ ਦੁਨੀਆ ਯਾਦ ਕਰੇ। ਸੋ ਅੱਜ ਦੇਖ ਲਓ ਕਿ ਉਹਨੂੰ ਸਾਰੀ ਦੁਨੀਆ ਦੇ ਵਿੱਚ ਲਾਈਵ ਦੇਖਿਆ ਜਾ ਰਿਹਾ ਸੀ। ਔਰ ਪਹਿਲੀ ਇਹ ਯੂਕੇ ਦੀ ਧਰਤੀ ਹੈ, ਇੰਗਲੈਂਡ ਦੀ, ਜਿੱਥੇ ਦੁਨੀਆ ਦੇ ਸਭ ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ, ਰੋਇਲ ਫੈਮਲੀਆਂ, ਬਿਜ਼ਨਸਮੈਨ ਆਏ। ਏਦਾਂ ਦਾ ਫਿਊਨਰਲ ਦੁਨੀਆ 'ਚ ਅੱਜ ਤੱਕ ਨਾ ਹੋਇਆ ਤੇ ਨਾ ਗਾਂ ਹੋਏਗਾ। ਔਰ ਏਡੀ ਵੱਡੀ ਮੌਨਕੀ 70 ਸਾਲ ਰਾਜ ਕੀਤਾ ਤੇ ਕੋਈ ਆਪਣੇ ਚਿਹਰੇ ਤੇ ਆਪਣੇ ਦਾਗ ਨਹੀਂ ਲੱਗਣ ਦਿੱਤਾ ਕਦੀ ਵੀ। ਇੰਨੀ ਉਹਨੇ ਸੇਵਾ ਕੀਤੀ, ਲਾਸਟ ਤੱਕ ਸੇਵਾ ਕੀਤੀ। ਸੋ ਇਹਦਾ ਸ਼ਾਇਦ ਸਾਡੇ ਇਸ ਸਬਜੈਕਟ ਨਾਲ ਮਤਲਬ ਨਹੀਂ, ਪਰ ਅਸੀਂ ਗੁਰੂ ਵਾਲੇ ਆ ਤੇ ਇਹ ਤਾਂ ਇਹਦੇ ਚ ਟੁਕਦਾ ਕਿ ਆਪਾਂ ਗੁਰੂ ਵਾਲੇ, ਗੁਰੂ ਇਹੋ ਹੀ ਸਿਖਾਉਂਦਾ ਆਪਾਂ ਨੂੰ ਕਿ ਚੰਗੇ ਕਰਮ ਕਰੀਏ, ਚੰਗੇ ਬਣੀਏ, ਜਿੱਥੇ ਦੁਨੀਆ ਯਾਦ ਕਰੇ। ਜਦੋਂ ਗੁਰੂ ਮਹਾਰਾਜ ਜੀ ਵੀ ਆਉਂਦੇ ਨੇ, ਸੰਤ ਮਹਾਤਮਾ ਆਉਂਦੇ ਨੇ ਤੇ ਉਹ ਚੰਗੇ ਕਰਮ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਸੋ ਅਸੀਂ ਵੀ ਇਹੋ ਜਿਹੇ ਕਰਮ ਕਮਾ ਜਾਈਏ। ਤੇ ਦੂਸਰਾ ਸਾਡੇ ਪੁਰਾਣੇ ਸੇਵਕ ਹਜੂਰ ਮਹਾਰਾਜ ਜੀ ਦੇ ਜੀਜਾ ਜੀ ਦਰਸ਼ਨ ਲਾਲ ਜੀ, ਉਹ ਵੀ ਸਵਰਗਵਾਸ ਹੋ ਗਿਆ ਆਪਣਾ ਪਿਛਲੇ ਵੀਕ 'ਚ ਤੇ ਕਾਫੀ ਸਮਾਂ ਮਿਲਿਆ ਉਹਨਾਂ ਨਾਲ ਰਹਿਣ ਦਾ ਲੋਨੀ ਦਰਬਾਰ ਤੇ।
ਮੈਨੂੰ ਯਾਦ ਹੈ ਕਿ ਜਦੋਂ ਮੈਂ ਇੰਗਲੈਂਡ ਇੱਥੇ ਹੁੰਦਾ ਸੀ ਮਹਾਰਾਜ ਦੇ ਨਾਲ, ਤੇ ਮਹਾਰਾਜ ਜੀ ਨੇ ਕਾਫੀ ਵਾਰੀ ਫੋਨ ਤੇ ਕਿਹਾ ਕਿ ਵੀ ਦਰਸ਼ਨ ਲਾਲ ਤੁਸੀਂ ਵਾਪਸ ਚਲ ਜਾਓ, ਕਿਉਂਕਿ ਪਰਿਵਾਰ ਜਿਹੜਾ ਸੀ ਉਹਨਾਂ ਦਾ, ਵਾਈਫ ਉਹਨਾਂ ਦੇ, ਮਹਾਰਾਜ ਦੇ ਸਿਸਟਰ, ਬੱਚੇ, ਉਹ ਸਾਰੇ ਪੰਜਾਬ ਰਹਿੰਦੇ ਸੀ ਤੇ ਇਹ ਇੱਥੇ ਲੋਨੀ ਦਰਬਾਰ ਰਹਿੰਦੇ ਹੁੰਦੇ ਸੀਗੇ। ਤੇ ਮਹਾਰਾਜ ਜੀ ਨੇ ਜਦੋਂ ਇਹ ਕਾਂਡ ਵੀ ਹੋ ਗਿਆ 84 ਤੋਂ ਬਾਅਦ, ਤੇ ਉਦੋਂ ਵੀ ਕਿਹਾ ਕਿ ਆਪ ਜੀ ਆਪਣੇ ਪਰਿਵਾਰ ਕੋ ਚਲ ਜਾਓ, ਲੇਕਿਨ ਉਹ ਨਹੀਂ ਗਏ। ਤੋ ਐਂਡ ਤੇ ਪਰਿਵਾਰ ਨੂੰ ਦਿੱਲੀ ਆਣਾ ਪਿਆ ਤੇ ਉਹਨਾਂ ਨਾਲ ਰਹਿਣਾ ਪਿਆ, ਨਹੀਂ ਗਏ। ਤੇ ਇਹਨਾਂ ਦਾ ਨਾਮ ਦਰਸ਼ਨ ਲਾਲ ਸੀ। ਆਪ ਜੀ ਨੂੰ ਪਤਾ ਹੈ ਕਿ ਮਹਾਰਾਜ ਜੀ ਦਾ ਨਾਮ ਦਰਸ਼ਨ ਲਾਲ ਸੀ, ਤੇ ਮਹਾਰਾਜ ਜੀ ਦੀ ਸਿਸਟਰ ਵੱਡੇ ਜਿਹੜੇ, ਉਹਨਾਂ ਦਾ ਨਾਮ ਦਰਸ਼ਨਾ ਸੀ, ਤੇ ਇਹ ਉਹਨਾਂ ਦੇ ਹਸਬੈਂਡ ਸੀ ਦਰਸ਼ਨ ਲਾਲ। ਮੈਂ ਪਹਿਲਾਂ ਵੀ ਬਿਆਨ ਕੀਤਾ ਕਿ ਮੇਰੀ ਸਿਸਟਰ ਜੋ ਬਟਾਲੇ ਨੇ, ਸੰਤੋਸ਼, ਉਹਨਾਂ ਦੇ ਜਿਹੜੇ ਜੋ ਹਸਬੈਂਡ ਨੇ, ਸੋ ਉਹਨਾਂ ਦਾ ਨਾਮ ਦਰਸ਼ਨ ਲਾਲ, ਤੇ ਉਹਨਾਂ ਦੀ ਸਿਸਟਰ ਦਾ ਨਾਮ ਹੀ ਦਰਸ਼ਨਾ। ਇਹ ਜਦੋਂ ਹੋਏ ਸੀ ਤੇ ਮਾਤਾ ਜੀ ਹੁਣੀ ਤੇ ਉਹ ਪਰਿਵਾਰ ਇਕੱਠੇ ਰਹਿੰਦੇ ਹੁੰਦੇ ਸੀ, ਤੇ ਉਦੋਂ ਉਹਨਾਂ ਨੇ ਇਹ ਸੋਚੀ ਸੀ ਕਿ ਭੈਣਾ ਜਦੋਂ ਤੇਰੇ ਮੁੰਡਾ ਹੋਏਗਾ ਤੇ ਉਹਦਾ ਨਾਮ ਮੈਂ ਉਹੀ ਰੱਖਾਂਗੀ ਜੋ ਤੂੰ ਰੱਖੇਂਗੀ, ਕੁੜੀ ਹੋਏਗੀ ਜੋ ਤੂੰ ਰੱਖੇਂਗੀ ਮੈਂ ਰੱਖਾਂਗਾ। ਸੋ ਉਹ ਪਿਛਲੇ ਵੀਕ ਹਜੂਰ ਮਹਾਰਾਜ ਜੀ ਕੋ ਵਾਪਸ ਚਲੇ ਗਏ ਨੇ, ਤੇ ਮਹਾਰਾਜ ਜੀ ਕਿਰਪਾ ਕਰਨ, ਜੋ ਉਹਨਾਂ ਦੇ ਪਿੱਛੇ ਪਰਿਵਾਰ ਹੈ ਤੇ ਸੱਜਣ ਮਿੱਤਰ ਨੇ, ਉਹਨਾਂ ਨੂੰ ਉਹਨਾਂ ਦਾ ਸੰਦੀਪ ਵਿਛੋੜਾ ਸਹਿਣ ਦੀ ਬਲ ਬੁੱਧੀ ਬਖਸ਼ਣ, ਸਾਨੂੰ ਵੀ ਕਿਰਪਾ ਕਰਨ ਕਿ ਅਸੀਂ ਚੰਗੇ ਕਰਮ ਕਰਕੇ ਉਹਨਾਂ ਦੇ ਕੋਲ ਜਾਈਏ। ਅੱਜ ਦਾ ਜੋ ਮੁੱਦਾ ਸਬਜੈਕਟ ਹੈਗਾ ਉਹ ਹੈਗਾ ਜਿਹੜਾ ਤਨ ਮਨ ਧਨ। ਤੇ ਧਨ ਤੇ ਹੋ ਗਿਆ, ਤੇ ਜੇ ਮਨ ਨਹੀਂ ਤੁਹਾਡਾ, ਉਹਦੇ ਵਿੱਚ ਮਨ ਦੀ ਸੇਵਾ ਵੀ ਹੁੰਦੀ ਹੈ ਕਿ ਤੁਸੀਂ ਮਨ ਨਾਲ ਜੋ ਵੀ ਚੀਜ਼ ਕਰਨੀ ਹੈ ਮਨੋਂ ਹੋ ਕੇ ਕਰਨੀ ਹੈ, ਮਨੋਂ ਤਨੋਂ ਕਿਸੇ ਦਾ ਭਲਾ ਕਰਨਾ, ਕਿਸੇ ਵਾਸਤੇ ਚੰਗੀ ਸੋਚ ਸੋਚਣੀ ਹੈ, ਸਿਮਰਨ ਕਰਨਾ, ਕੀਰਤਨ ਸੁਣਨਾ, ਜੋ ਵੀ ਤੁਸੀਂ ਮਨ ਹੋ ਕੇ ਕਰਦੇ ਹੋ, ਤੁਹਾਡੀ ਮਨ, ਤਨ, ਮਨ ਤੇ ਧਨ ਦੀ ਸੇਵਾ। ਤੇ ਜਿਹੜੀ ਕਹਿੰਦੇ ਆ ਕਿ ਤਨ ਦੀ ਸੇਵਾ, ਤੇ ਤਨ ਦੀ ਸੇਵਾ ਠੀਕ ਹੈ, ਕਈਆਂ ਕੋਲ ਪੈਸੇ ਹੈ। ਹਜੂਰ ਮਹਾਰਾਜ ਕਿਹਾ ਕਰਦੇ ਸੀ ਕਿ ਜਿਨ੍ਹਾਂ ਕੋਲ ਪੈਸੇ ਹੈ ਤੇ ਉਹ ਸੇਵਾ ਪੈਸਿਆਂ ਦੀ ਚੜਾਉਂਦੇ ਆ। ਕਿਉਂ? ਇੱਕ ਵਾਰੀ ਹਜੂਰ ਮਹਾਰਾਜ ਜੀ ਨੇ ਇੱਥੇ ਆਪਣਾ 11 ਚਰਚੀ ਰੋਡ ਤੇ ਕਿਹਾ ਕਿ ਕਹਿੰਦੇ ਸਤਸੰਗ ਤੋਂ ਬਾਅਦ ਕਿ ਵੀ ਜਿਹੜੇ ਵੀ ਸੇਵਾਦਾਰ ਇੱਥੇ ਉਸ ਵੇਲੇ ਮਹਾਰਾਜ ਜੀ ਨੇ ਨਾਮ ਸੇਵਾ 5 ਪੌਂਡ ਲਾਈ ਸੀ, ਕਿ ਜਿਨ੍ਹਾਂ ਨੇ ਨਾਮ ਲਿਆ ਉਹ 5 ਪੌਂਡ ਮਹੀਨੇ ਦੇ ਮਹੀਨੇ ਜ਼ਰੂਰ ਪਰਚੀ ਕਟਾਇਆ ਕਰਨ। ਤੇ ਕਹਿੰਦੇ ਕਿ ਜਿਨ੍ਹਾਂ ਨੇ ਨਾਮ ਸੇਵਾ ਦੇਣੀ ਹੈ ਤੇ ਸਾਰੀ ਉਮਰ ਵਾਸਤੇ, ਤੇ ਮਹਾਰਾਜ ਜੀ ਕਹਿੰਦੇ ਸੀ ਅਗਰ ਉਹ 350 ਪਾਉਂਡ 350 ਪਾਉਂਡ ਦੇ ਦੇਣਗੇ ਤੇ ਉਹ ਸਾਰੀ ਉਮਰ ਦੀ ਉਹਨਾਂ ਦੀ ਨਾਮ ਸੇਵਾ ਸਾਡੇ ਕੋਲ ਕਬੂਲ ਹੋ ਗਈ। ਸੋ ਇਹ 1986 ਦੀ ਮੇਰੇ ਖਿਆਲ ਐਂਡ ਦੀ ਗੱਲ ਹੈਗੀ ਹੈ। ਤੇ ਅਸੀਂ ਮਹਾਰਾਜ ਜੀ ਦੇ ਨਾਲ ਰਿਹਾ ਕਰਦੇ ਸੀ, ਸਤਸੰਗ ਸੁਣਨਾ, ਲੰਗਰ ਛਕਣਾ, ਉਹਨਾਂ ਦੀ ਡਿਊਟੀ ਕਰਨੀ, ਡਿਊਟੀ ਤੇ ਜਾਣਾ, ਤੇ ਬਸ ਇਹੋ ਸੀ, ਤੇ ਉਹਨਾਂ ਦੀ ਰਹਿਮਤ ਮਿਲਦੀ ਸੀ। ਤੇ ਮੈਂ ਸੋਚਿਆ ਵੀ ਹੁਣ 350 ਪਾਉਂਡ ਮਹਾਰਾਜ ਜੀ ਨੇ ਕਿਹਾ ਸੇਵਕਾਂ ਨੂੰ, ਤੇ ਮੈਂ ਵੀ ਤੇ ਸੇਵਕ ਹਾਂ, ਤੇ 350 ਪਾਉਂਡ ਦੇਣੇ ਤੇ ਕਿੱਥੋਂ ਦਈਏ। ਮੈਂ ਹਜੂਰ ਮਹਾਰਾਜ ਜੀ ਦੇ ਨਾਲ ਅਸੀਂ ਐਕਸਰਸਾਈਜ਼ ਕਰ ਰਹੇ ਸੀ, ਮਸਾਜ ਵਗੈਰਾ ਕਰ ਰਹੇ ਸੀਗੇ, ਤੇ ਮੇਰੇ ਮਨ 'ਚ ਗੱਲ ਸੀ, ਤੇ ਮਹਾਰਾਜ ਜੀ ਕਹਿੰਦੇ ਕੀ ਕਹਿਣਾ? ਮੈਂ ਕਿਹਾ ਕੁਛ ਨਹੀਂ ਜੀ। ਮੈਂ ਥੋੜਾ ਜਿਹਾ ਸ਼ਰਮਾ ਗਿਆ। ਮੈਂ ਕਿਹਾ ਮਹਾਰਾਜ ਜੀ ਨੂੰ ਕੀ ਕਵਾਂ? ਕਹਿੰਦੇ ਕੀ ਕਹਿਣਾ? ਟੇਕਾ ਵਾਈ ਦਾ। ਮੈਂ ਕਿਹਾ ਮਹਾਰਾਜ ਜੀ ਤੁਸੀਂ ਕਿਹਾ ਸੀ ਕੱਲ ਕਿ 350 ਪਾਉਂਡ ਜਿਹੜਾ ਸੇਵਾ ਇਕੱਠੀ ਜਮਾ ਕਰਵਾ ਦੇਗਾ ਤੇ ਉਹਦੀ ਸਾਰੀ ਉਮਰ ਦੀ ਨਾਮ ਦੀ ਸੇਵਾ ਲਿਖੇ ਲਾ। ਕਹਿੰਦੇ ਹਾਂਜੀ ਕਿਹਾ ਸੀ। ਫਿਰ ਮੈਂ ਕਿਹਾ ਮਹਾਰਾਜ ਜੀ ਮੈਨੂੰ ਨਾ 350 ਪਾਉਂਡ ਚਾਹੀਦੇ। ਕਹਿੰਦੇ ਤੂੰ ਕੀ ਕਰਨੇ? ਮੈਂ ਕਿਹਾ ਜੀ ਇਹੋ ਹੀ ਕਿ ਤੁਸੀਂ ਕਿਹਾ ਸੇਵਾ ਸਾਰਿਆਂ ਨੂੰ ਦੇਣੀ ਹੈ, ਤੇ ਮੈਂ ਵੀ ਤੇ ਸੇਵਕ ਹਾਂ, ਮੈਂ ਵੀ ਤੇ ਸੇਵਾ ਦੇਣੀ। ਕਹਿੰਦੇ ਫਿਰ ਮਹਾਰਾਜ ਜੀ ਦਾ ਜਿੱਦਾਂ ਤਖੱਲਸ ਹੁੰਦਾ ਹੈ ਟੇਕਾ ਵਾਈ ਦਾ, ਉਹ ਕਹਿੰਦੇ ਟੇਕੇ ਵਾਈ ਦਿਆ ਇਹ ਤੇ ਅਸੀਂ ਉਹਨਾਂ ਵਾਸਤੇ ਕਿਹਾ ਕਿ ਜਿਹੜੇ ਇੱਥੇ ਆ ਕੇ ਤਨ ਦੀ ਸੇਵਾ ਨਹੀਂ ਕਰ ਸਕਦੇ, ਉਹ ਆਪਣਾ ਕਾਰੋਬਾਰ ਕਰਦੇ ਨੇ, ਬਿਜ਼ਨਸ ਕਰਦੇ ਨੇ, ਤੇ ਉਹਨਾਂ ਵਾਸਤੇ ਹੈ, ਉਹ ਧਨ ਦੀ ਸੇਵਾ ਕਰਦੇ ਨੇ, ਕਿਉਂਕਿ ਉਹ ਫਿਜ਼ੀਕਲੀ ਤਨ ਦੀ ਸੇਵਾ ਇੱਥੇ ਨਹੀਂ ਕਰ ਸਕਦੇ। ਤੁਸੀਂ 24 ਘੰਟੇ ਇੱਥੇ ਮੇਰੇ ਨਾਲ ਡਿਊਟੀ ਕਰਦੇ, ਮੇਰੇ ਨਾਲ ਰਹਿੰਦੇ ਹੋ, ਤਾਂ ਤੁਹਾਨੂੰ ਥੋੜਾ ਉਹ ਸੇਵਾ ਕਹੀ। ਫਿਰ ਮੈਂ ਕਿਹਾ ਮਹਾਰਾਜ ਜੀ ਵੀ ਤੁਸੀਂ ਕਿਹਾ ਵੀ ਸਾਰੇ ਸੇਵਕ, ਤੇ ਮੈਂ ਵੀ ਸੇਵਕ ਹਾਂ।
ਉਹ ਕਹਿੰਦੇ ਤੁਹਾਡੀ ਸੇਵਾ ਤੇ ਅਸੀਂ ਕਬੂਲ ਕਰ ਲਈ, ਜਿਹੜੇ ਤੁਸੀਂ ਲੋਕੀ ਨਾਲ ਰਹਿੰਦੇ ਹੋ, ਤੁਹਾਡੀ ਸੇਵਾ ਤੇ ਉੱਪਰਲੇ ਘਰ 'ਚ ਲੱਗ ਗਏ ਤਨ ਮਨ ਧਨ ਦੀ। ਸੋ ਕਹਿਣ ਦਾ ਭਾਵ ਹੈ ਕਿ ਹਜ਼ੂਰ ਕਹਿੰਦੇ ਸੀ ਕਿ ਜਿਹੜੇ ਕਾਰੋਬਾਰ ਕਰਦੇ ਨੇ, ਉਹਨਾਂ ਕੋਲ ਟਾਈਮ ਨਹੀਂ ਆਉਣ ਦਾ ਸੇਵਾ ਕਰਨ ਦਾ, ਤੇ ਉਹ ਧਨ ਦੀ ਸੇਵਾ ਪਾ ਸਕਦੇ ਨੇ, ਜਿੰਨੀ ਜ਼ਿਆਦਾ ਪਾ ਸਕਦੇ ਨੇ। ਜਿੰਨਾ ਕੋਲ ਟਾਈਮ ਹੈ, ਜਿਸ ਤਰ੍ਹਾਂ ਆਪਾਂ ਆਉਂਦੇ ਹਾਂ ਦਰ ਤੇ ਕੋਈ ਕਹਿੰਦਾ ਮੈਂ ਬਰਤਨਾਂ ਦੀ ਸੇਵਾ ਕਰਨੀ, ਕੋਈ ਕਹਿੰਦਾ ਮੈਂ ਝਾੜੂ ਮਾਂਜਣਾ, ਕੋਈ ਕਹਿੰਦਾ ਭਾਂਡੇ ਸੁਕਾਣੇ ਨੇ, ਕੋਈ ਕਹਿੰਦਾ ਮੈਂ ਡਿਊਟੀ ਕਰਨੀ ਹੈ। ਸੋ ਹਰ ਕਿਸਮ ਦੀ ਸੇਵਾ ਔਰ ਉਹਦਾ ਹਰ ਇੱਕ ਦਾ ਵੱਖਰਾ ਵੱਖਰਾ ਫਲ ਹੈ। ਜਿਸ ਤਰ੍ਹਾਂ ਅਕਾਊਂਟ, ਬੈਂਕ ਦੇ ਵਿੱਚ ਅਕਾਊਂਟ ਹੈਗਾ ਕਿ ਆਪ ਜੀ ਪੈਸੇ ਜਮ੍ਹਾਂ ਕਰਾਓ। ਜੇ ਆਪ ਜੀ 3 ਮਹੀਨੇ 'ਚ ਕਢਾ ਲੋਗੇ, 3 ਮਹੀਨੇ ਦੇ ਵਿੱਚ, ਤੇ ਆਪ ਜੀ ਦਾ ਵਿਆਜ ਇੰਨਾ % ਮਿਲੇਗਾ। ਜੇ ਆਪ ਜੀ 2 ਸਾਲ ਨਹੀਂ ਕਢਾਉਂਦੇ, ਤੁਹਾਨੂੰ ਵਿਆਜ ਇੰਨਾ ਮਿਲੇਗਾ। ਜੇ ਆਪ ਜੀ 5 ਸਾਲ ਤੱਕ ਨਹੀਂ ਕਢਾਉਂਦੇ, ਤੇ ਆਪ ਜੀ ਦਾ ਜੋ ਵਿਆਜ ਆ ਉਹ ਡਬਲ ਹੋ ਜਾਏਗਾ। ਸੋ ਇਹ ਜਿਹੜੀਆਂ ਸਾਰੀਆਂ ਸੇਵਾ ਨੇ, ਜਿਹੜੀਆਂ ਆਪਾਂ ਡਿਊਟੀਆਂ ਕਰਦੇ ਨੇ, ਇਹਨਾਂ ਸਾਰਿਆਂ ਦੀ ਵੱਖਰੀ ਵੱਖਰੀ % ਰੱਬ ਕੋਲ ਮਿਲਦੀ ਹੈ। ਜਦੋਂ ਅਸੀਂ ਮਨ ਤੋਂ ਕਰਦੇ ਹਾਂ, ਜਿਸ ਤਰ੍ਹਾਂ ਜੋੜਿਆਂ ਦੀ ਸੇਵਾ, ਕਹਿੰਦੇ ਆ ਕਿ ਜੋੜਿਆਂ ਦੀ ਸੇਵਾ ਉੱਤਮ ਸੇਵਾ, ਬਰਤਨ ਜੂਠੇ ਮਾਂਜਣੇ, ਪਾਣੀ ਪਿਆਣਾ, ਉੱਤਮ ਸੇਵਾ। ਸੋ ਸੇਵਾ ਸਾਰੀਆਂ ਨੇ, ਪਰ ਇਹਨਾਂ ਦੀ ਵੱਖਰੀ ਵੱਖਰੀ ਕੈਟਾਗਰੀ ਹੈ, ਔਰ ਉਹਨਾਂ ਦਾ ਵੱਖਰਾ ਵੱਖਰਾ ਆਪ ਜੀ ਨੂੰ ਫਲ ਮਿਲਦਾ। ਉਹ ਫਲ ਮਿਲਦਾ ਹੈ ਜਦੋਂ ਆਪ ਮਨ ਹੋ ਕੇ ਕਰਦੇ ਨੇ। ਸਪੋਜ਼ ਮੈਂ ਸੰਗਰਾਂਦ ਤੇ ਆਇਆ ਤੇ ਮੈਨੂੰ ਡਿਊਟੀ ਮਿਲ ਗਈ, ਮੈਂ ਡਿਊਟੀ ਕਰ ਰਿਹਾ, ਤੇ ਮੇਰਾ ਮਨ ਲੱਗਿਆ ਯਾਰ ਮੈਂ ਡਿਊਟੀ ਕਰ ਰਿਹਾ, ਦੂਸਰੇ ਮਹਾਰਾਜ ਜੀ ਦੇ ਨਾਲ ਘੁੰਮ ਲੈ ਰਹੇ, ਮੈਨੂੰ ਵੀ ਮਹਾਰਾਜ ਜੀ ਦੇ ਨਾਲ ਘੁੰਮਣਾ ਚਾਹੀਦਾ ਸੀ, ਮੈਨੂੰ ਵੀ ਜਾਣਾ ਚਾਹੀਦਾ, ਲੇਕਿਨ ਮੈਂ ਇੱਥੇ ਫਸਿਆ। ਫਿਰ ਸਤਸੰਗ ਹੋ ਰਿਹਾ, ਕੀਰਤਨ ਹੋ ਰਿਹਾ, ਆਪ ਜੀ ਦਾ ਮਨ ਯਾਰ ਮੈਂ ਇੱਥੇ ਡਿਊਟੀ 'ਚ ਫਸਿਆ, ਮੈਂ ਵੀ ਸਤਸੰਗ ਸੁਣਨਾ ਸੀ, ਮਹਾਰਾਜ ਦੇ ਰੂਬਰੂ ਬੈਠਣਾ ਸੀ, ਕੀਰਤਨ ਸੁਣਨਾ ਸੀ। ਸੋ ਆਪ ਜੀ ਦੋਨਾਂ ਥਾਵਾਂ ਦੇ ਵਿੱਚ ਫਸ ਗਏ, ਆਪ ਜੀ ਇੱਧਰ ਵੀ ਤੇ ਉੱਧਰ ਵੀ। ਸੌਰੀ, ਥੋੜਾ ਇੰਟਰਪਸ਼ਨ ਹੋ ਗਈ ਸੀਗੀ। ਤੇ ਕੀ ਹੈ ਕਿ ਅਸੀਂ ਚਾਹੁੰਦਾ ਕਿ ਬਾਹਰੋਂ ਪੁਲਿਸ ਦੀ ਕਾਰ ਜਾਂਦੀ ਸੀ ਤੇ ਉਹਦਾ ਸਾਇਰਨ ਵੱਜ ਰਿਹਾ ਸੀਗਾ। ਸੋ ਕਹਿਣ ਦਾ ਭਾਵ ਹੈਗਾ ਕਿ ਸਾਡਾ ਮਨ ਤੇ 2 ਪਾਸੇ ਹੋ ਗਿਆ ਨਾ, ਇੱਕ ਸੇਵਾ ਵੱਲ ਤੇ ਇੱਕ ਉੱਧਰਲੇ ਪਾਸੇ। ਫਿਰ ਮਨ ਜਿਹੜਾ ਹੈਗਾ ਅਸਲੀ ਸੇਵਾ ਵੱਲ ਤੇ ਨਾ ਲੱਗਿਆ। ਸੋ ਉਹਦਾ ਜਿਹੜਾ ਫਲ ਹੈਗਾ, ਉਹ ਫਲ ਕੱਟਿਆ ਜਾਏਗਾ। ਕਿਉਂ ਕਿ ਰੱਬ ਸਾਰਿਆਂ ਦਾ ਗੁਰੂ ਹੈ, ਤੇ ਉਹ ਕਹਿੰਦਾ ਕਿ ਮੈਂ ਉਹਨੂੰ ਹੀ ਵੇਜਿਸ ਦੇਣੀ ਹੈ ਜਿਹੜਾ ਆਪਣੇ ਇੱਕ ਮਨ ਤੋਂ ਹੋ ਕੇ ਕਰੇਗਾ। ਜਦੋਂ ਸੇਵਾ ਕਰਨੀ ਹੈ, ਫਿਰ ਇਹ ਹੋਇਆ ਕਿ ਅਸੀਂ ਕਿਸੇ ਦੀ ਸੇਵਾ ਵੀ ਖੋਲੋ, ਉਹਨੂੰ ਨਾ ਕਰਨ ਦਿਓ, ਮੈਂ ਜ਼ਿਆਦੀ ਤੋਂ ਜ਼ਿਆਦੀ ਕਰਾਂ। ਹਾਂ, ਜ਼ਿਆਦੀ ਤੋਂ ਜ਼ਿਆਦੀ ਕਰੋ, ਪਰ ਮਨ ਤੋਂ। ਸੋ ਸੇਵਾ ਕੋਈ ਵੀ ਕਰੋ, ਜਦੋਂ ਆਪਾਂ ਸੋਚ ਕੇ ਘਰੋਂ ਚੱਲਦੇ ਹਾਂ ਕਿ ਆਪਾਂ ਸਤਸੰਗ ਤੇ ਜਾਣਾ, ਤੇ ਜਦੋਂ ਸੋਚ ਕੇ ਚੱਲਦੇ ਹਾਂ ਤਾਂ ਧਿਆਨ ਉੱਧਰਲੇ ਪਾਸੇ ਲੱਗ ਜਾਂਦਾ। ਜਦੋਂ ਸਾਡੇ ਕਦਮ ਉੱਧਰ ਨੂੰ ਚੱਲਣੇ ਸ਼ੁਰੂ ਹੋ ਜਾਂਦੇ ਨੇ, ਸਾਨੂੰ ਉਹਦਾ ਵੀ ਫਲ ਮਿਲਦਾ। ਕਹਿੰਦੇ ਇੱਕ ਕਦਮ ਵੀ ਗੁਰੂ ਵੱਲ ਚੱਲੀਏ, ਉਹਦਾ ਵੀ ਫਲ ਮਿਲਦਾ। ਸੋ ਉਹ ਕਦਮਾਂ ਦਾ ਵੀ ਸਾਨੂੰ ਫਲ ਮਿਲਦਾ। ਦੂਸਰਾ, ਫਿਰ ਜਦੋਂ ਉੱਥੇ ਆ ਕੇ ਆਪਾਂ ਡਿਊਟੀ ਕਰਨ ਲੱਗ ਪੈਂਦੇ, ਉਹਦਾ ਵੀ ਫਲ ਮਿਲਦਾ। ਸ਼ਾਇਦ ਬੜਿਆਂ ਨੂੰ ਪਤਾ ਹੋਏਗਾ ਜਾਂ ਨਹੀਂ, ਪਰ ਮੈਂ ਸੁਣਿਆ, ਮੈਂ ਦੇਖਿਆ ਨਹੀਂ। ਤੇ ਕਹਿੰਦੇ ਨੇ ਕਿ ਵੀ ਮਹਾਰਾਜ ਹਰਚਰਨ ਸਿੰਘ ਜੀ, ਜੋ ਰਾਧਾ ਸੁਆਮੀ ਸਤਸੰਗ ਬਿਆਸ ਵਾਲੇ ਜੀ, ਉਹ ਵੀ ਜਦੋਂ ਕਹਿੰਦੇ ਕਿ ਗੁਰੂ ਦੇ ਦਰਬਾਰ ਤੇ ਬਿਆਸਾਂ ਆਇਆ ਕਰਦੇ ਸੀ, ਤੇ ਉਹਨਾਂ ਦੀ ਵੀ ਡਿਊਟੀ ਪਹਿਲੋਂ ਉਹਨਾਂ ਨੇ ਉੱਥੇ ਜਿਹੜੇ ਕੁੱਤੇ ਹੁੰਦੇ ਸੀ ਉਹਨਾਂ ਨੂੰ ਮੋੜਨ ਵਾਸਤੇ ਲਾਈ ਸੀਗੀ। ਇਹ ਬੜਿਆਂ ਕੋਲ ਮੈਂ ਸੁਣਦਾ ਆਇਆ। ਤੇ ਹੁਣ ਇਹ ਦੇਖ ਲਓ ਕਿ ਉਹਨਾਂ ਦਾ ਰੁਤਬਾ, ਮਹਾਰਾਜ ਜੀ, ਤੇ ਕਿਹੜੀ ਡਿਊਟੀ। ਸੋ ਜਿਹੜੀ ਡਿਊਟੀ ਰੱਬ ਦੇ ਘਰ 'ਚ ਹੁੰਦੀ ਹੈ, ਉਹਦੀ ਊਚ ਨੀਚ ਨਹੀਂ ਹੈਗੀ, ਪਰ ਜੋ ਗੁਰੂ ਤੁਹਾਨੂੰ ਕਹਿ ਦੇ, ਉਹ ਸਭ ਤੋਂ ਉੱਤਮ ਹੈ। ਜੇ ਗੁਰੂ ਨੇ ਕਹਿਤਾ ਜੋੜੇ ਸਾਫ਼ ਕਰਨੇ ਆ, ਤੇ ਉਹਦੇ ਵਰਗੀ ਡਿਊਟੀ ਕੋਈ ਨਹੀਂ ਹੈਗੀ। ਗੁਰੂ ਨੇ ਕਹਿਤਾ ਤੂੰ ਭਾਂਡੇ ਮਾਂਜਣੇ ਆ, 7 ਬਚਨ ਕਰਕੇ ਉਧਰ ਧਿਆਨ ਲਾ ਕੇ, ਫਿਰ ਤੁਹਾਡਾ ਸਿਮਰਨ, ਸਤਸੰਗ ਹੋ ਰਿਹਾ, ਕੀਰਤਨ ਹੋ ਰਿਹਾ, ਉੱਥੇ ਸਭ ਕੁਝ ਤੁਹਾਡਾ ਉਹੋ ਹੀ ਹੈ। ਤੁਸੀਂ ਆਪਣੀ ਡਿਊਟੀ ਕਰੋ ਤੇ ਘਰ ਜਾਓ, ਆਪ ਜੀ ਨੂੰ ਪੂਰਾ ਫਲ ਮਿਲੇਗਾ। ਪਰ ਜੇ ਆਪ ਜੀ ਇਹ ਸੋਚੋਗੇ ਕਿ ਮੈਂ ਸਤਸੰਗ ਵੀ ਸੁਣਨਾ ਸੀਗਾ ਤੇ ਇੱਥੇ ਕੰਮ ਵੀ ਕਿੰਨਾ ਪਿਆ, ਤੇ ਫਿਰ ਉਹ ਆਪ ਜੀ ਨੂੰ ਫਲ ਨਹੀਂ ਮਿਲੇਗਾ।
ਇਹ ਹਜ਼ੂਰ ਮਹਾਰਾਜ ਜੀ ਸਮਝਾਇਆ ਕਰਦੇ ਸੀ ਕਿ ਕੋਈ ਵੀ ਕੰਮ ਆਪ ਜੀ ਨੇ ਕਰਨਾ ਦਿਲ ਤੋਂ ਹੋ ਕੇ, ਮਨ ਤੋਂ ਹੋ ਕੇ, ਤੇ ਇਹ ਹੈ ਤਨ ਦੀ ਸੇਵਾ। ਤਨ ਦੀ ਸੇਵਾ ਆਪ ਜੀ ਨੇ ਕਿਸੇ ਨੂੰ ਸਹਾਰਾ ਦਿੱਤਾ, ਜਿਸ ਤਰ੍ਹਾਂ ਦਰਬਾਰ ਤੇ ਆਉਂਦੇ ਨੇ ਜਿਹੜੇ ਕਿ ਆਪਣਾ ਅੰਗਾਂ ਤੋਂ ਥੋੜਾ ਰੱਬ ਵੱਲੋਂ ਉਹਨਾਂ ਨੂੰ ਕੋਈ ਘਾਟ ਮਿਲੀ ਹੁੰਦੀ ਹੈ, ਠੀਕ ਹੈ, ਜਿਨ੍ਹਾਂ ਨੂੰ ਡਿਸੇਬਲ ਕਹਿ ਦਿੰਦੇ ਨੇ, ਏਬਲ ਨਹੀਂ ਬੋਡੀ ਹੁੰਦੀ, ਉਹਨਾਂ ਦੀ ਆਪ ਜੀ ਨੇ ਸੇਵਾ ਕਰਤੀ, ਉਹਨਾਂ ਦੀ ਡਿਊਟੀ ਲੈ ਲਈ, ਉਹਨਾਂ ਨੂੰ ਲਿਆਂਦਾ, ਉਹਨਾਂ ਨੂੰ ਲੰਗਰ ਛਕਾਇਆ, ਸਤਸੰਗ 'ਚ ਛੱਡਿਆ। ਸੋ ਇਹ ਸਾਰੀਆਂ ਡਿਊਟੀਆਂ ਹੈਗੀਆਂ। ਨਿਸ਼ਾਨ ਸਾਹਿਬ ਸੇਵਾ ਕਰਨੀ, ਨਿਸ਼ਾਨ ਆਪਣਾ ਕੀ ਕਹਿੰਦੇ ਆ ਬਿਨ ਖਾਲੀ ਕਰਨੇ। ਫਿਰ ਟੋਇਲਟਸ, ਫਿਰ ਜਿਹੜੀਆਂ ਟੋਇਲਟਸ ਹੈਗੀਆਂ, ਟੋਇਲਟਸ ਜਿਹੜੀਆਂ ਉਹਨਾਂ ਦੀ ਸਫਾਈ ਕਰਨੀ ਕਚੈਨ ਤੋਂ ਬਿਨਾਂ, ਉਹਦੀ ਸੇਵਾ ਵੀ ਬਹੁਤ ਉੱਤਮ ਹੈ। ਸੋ ਇਹ ਹੈ ਕਿ ਅਸੀਂ ਕਿਹੜੀ ਸੇਵਾ ਕਰਨਾ ਚਾਹੁੰਦੇ ਹਾਂ, ਪਰ ਜਿਹੜੀ ਸੇਵਾ ਕਰਨੀ ਹੈ ਮਨ ਤੋਂ ਤਨ ਤੋਂ ਹੋ ਕੇ ਸੇਵਾ ਕਰਨੀ, ਫਿਰ ਉਹਦਾ ਫਾਇਦਾ। ਨਹੀਂ ਤੇ ਉਹ ਜਿਹੜੇ 2-4 ਘੰਟੇ ਜਾਂ ਇੱਕ ਦਿਨ ਵੀ ਉਹ ਬੇਕਾਰ ਹੈ। ਆਪ ਜੀ ਜਾਓ, ਦਰਬਾਰ ਤੇ ਜਾਓ, ਮਨ ਤੋਂ ਹੋ ਕੇ ਜਾਓ, ਭਾਵੇਂ ਸਾਲ 'ਚ ਇੱਕ ਵਾਰੀ ਜਾਓ, ਪਰ ਜਾਓ ਉੱਥੇ 2-3 ਦਿਨ ਫਿਰ ਰਹਿ ਕੇ ਆਓ, ਤਾਂ ਕਿ ਜੋ ਆਪ ਜੀ ਦਾ ਗੈਪ ਪਿਆ ਆਪਣੀ ਆਤਮਾ ਨੂੰ, ਉਹ ਖੁਰਾਕ ਮਿਲ ਸਕੇ, ਆਪ ਜੀ ਦੀ ਫਿਰ ਅਟੈਚਮੈਂਟ ਉੱਧਰ ਲੱਗ ਸਕੇ। ਇਹ ਹਜ਼ੂਰ ਮਹਾਰਾਜ ਕਿਹਾ ਕਰਦੇ ਸੀ ਕਿ ਆਪ ਜੀ ਨੂੰ ਰੋਜ਼ ਆਉਣ ਦੀ ਜ਼ਰੂਰਤ ਵੀ ਨਹੀਂ, ਅਗਰ ਨਹੀਂ ਆ ਸਕਦੇ ਉੱਥੇ ਬੈਠੇ ਜਾਗਤ ਕਰੋ, ਅਸੀਂ ਉੱਥੇ ਆ ਜਾਵਾਂਗੇ। ਜਦੋਂ ਆਓ ਦੇਰ ਬਾਅਦ, 6 ਮਹੀਨੇ ਸਾਲ ਬਾਅਦ, ਤੇ ਫਿਰ 2-4 ਦਿਨ ਰਹਿ ਕੇ ਜਾਓ, ਸੇਵਾ ਕਰਕੇ ਜਾਓ, ਤਾਂ ਕਿ ਜੋ ਆਪ ਜੀ ਦੀ ਉਹ ਘਾਟ ਹੈ, ਆਤਮਾ ਦੀ ਖੁਰਾਕ ਹੈ, ਪੂਰੀ ਹੋ ਸਕੇ। ਦੂਸਰਾ, ਸਿਮਰਨ ਕਰਨਾ। ਸਿਮਰਨ ਕਰੋ, ਜਦੋਂ ਟਾਈਮ ਲੱਗਦਾ ਸਿਮਰਨ ਕਰੋ, ਉਹ ਵੀ ਤੁਹਾਡੇ ਆਤਮਾ ਦੀ ਖੁਰਾਕ ਹੈ, ਤੁਹਾਡੇ ਮਨ ਦੀ ਸੇਵਾ। ਸੋ ਇਹ ਹੈਗਾ ਕਿ ਆਪ ਜੀ ਨੇ ਤੇ ਅਸੀਂ ਚੁਣਨਾ, ਮੈਂ ਵੀ ਆਪ ਜੀ ਦੇ ਹੀ ਵਰਗਾ ਹਾਂ, ਠੀਕ ਹੈ, ਤੇ ਆਪ ਜੀ ਵਾਂਗੂ ਹੀ ਮੇਰੇ 'ਚ ਵੀ ਉਹ ਕਮੀਆਂ ਨੇ, ਤੇ ਮੈਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ। ਆਪ ਜੀ ਨਾਲ ਰੂਬਰੂ ਨਹੀਂ ਮਿਲ ਸਕਦਾ, ਤੇ ਇਸ ਜ਼ਰੀਏ ਆਪ ਜੀ ਨਾਲ ਮਿਲਦਾ। ਇਹ ਚੀਜ਼ਾਂ, ਇਹ ਕਮੀਆਂ ਮੇਰੇ 'ਚ ਵੀ ਹੋਣਗੀਆਂ, ਇਹ ਚੀਜ਼ਾਂ, ਇਹਨਾਂ ਦਾ ਇਹ ਭੁਲੇਖਾ ਮੇਰੇ 'ਚ ਵੀ ਹੋਏਗਾ। ਮੈਂ ਆਪ ਜੀ ਨੂੰ ਇਸ ਕਰਕੇ ਕਹਿ ਰਿਹਾ ਕਿ ਮੈਂ ਇਹ ਹਜ਼ੂਰ ਮਹਾਰਾਜ ਜੀ ਦੇ ਕੋਲੋਂ ਸੁਣਦਾ ਰਿਹਾ, ਤੇ ਆਪ ਜੀ ਨੂੰ ਕਹਿ ਰਿਹਾ। ਦੂਸਰਾ ਹੈਗਾ ਜੋ ਮੈਂ ਪਿਛਲੇ ਐਪੀਸੋਡ 'ਚ ਕਿਹਾ ਸੀਗਾ ਕਿ ਤਿਲਕ ਬਾਰੇ, ਇਹ ਮੈਂ ਨਹੀਂ ਕਹਿ ਰਿਹਾ, ਇਹ ਮਹਾਰਾਜ ਜੀ ਕਹਿ ਰਹੇ ਨੇ, ਹਜ਼ੂਰ ਮਹਾਰਾਜ ਜੀ ਨੇ ਕਿਹਾ, ਔਰ ਮੈਂ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰਦਾ। ਮੈਂ ਇਹ ਕਹਿੰਦਾ ਕਿ ਅਗਰ ਮੇਰੇ ਕਿਹਾ ਤੇ ਕਿਸੇ ਨੂੰ ਇਸ ਚੀਜ਼ ਦੀ ਜਾਗਰਤੀ ਆ ਜਾਂਦੀ ਹੈ, ਔਰ ਉਹ ਇਹਨੂੰ ਕਰਨਾ ਸ਼ੁਰੂ ਕਰ ਦਿੰਦਾ, ਉਹਦੇ ਕੰਮ ਬਣਨੇ ਸ਼ੁਰੂ ਹੋ ਜਾਂਦੇ, ਤਾਂ ਮੈਨੂੰ ਖੁਸ਼ੀ ਹੋਏਗੀ। ਦੂਸਰਾ, ਜਦੋਂ ਵੀ ਅਸੀਂ ਕਿਸੇ ਦੀ ਡਿਊਟੀ ਕਰਦੇ ਹਾਂ ਨਾ, ਕਿਸੇ ਫਰਮ ਨੂੰ ਜੁਆਇਨ ਕਰਦੇ ਹਾਂ, ਆਰਮੀ ਨੂੰ ਜੁਆਇਨ ਕਰਦੇ ਹਾਂ, ਨੇਵੀ ਨੂੰ ਜੁਆਇਨ ਕਰਦੇ ਹਾਂ, ਉਹ ਤੁਹਾਨੂੰ ਆਪਣੀ ਯੂਨੀਫਾਰਮ ਦਿੰਦੀ ਹੈ, ਆਪਣਾ ਪਹਿਰਾਵਾ ਦਿੰਦੀ ਹੈ, ਕਿ ਆਪ ਜੀ ਨੂੰ ਡਿਊਟੀ ਤੇ ਕੀ ਕਰਨਾ ਪੈਣਾ, ਯੂਨੀਫਾਰਮ ਪਾਉਣੀ ਪੈਣੀ ਹੈ, ਬੈਜ ਲਾਣੇ ਪੈਣੇ ਹੈ, ਕੈਪ ਪਾਉਣੀ ਪੈਣੀ ਹੈ, ਤੇ ਅਸੀਂ ਉਹ ਕਰਦੇ ਹਾਂ। ਅਸੀਂ ਉੱਥੇ ਇਹ ਨਹੀਂ ਕਹਿ ਸਕਦੇ ਜੀ ਮੈਂ ਕੈਪ ਨਹੀਂ ਪਾ ਸਕਦਾ, ਇਹ ਮੈਂ ਬੈਲਟ ਨਹੀਂ ਲਾ ਸਕਦਾ, ਕਿ ਮੈਨੂੰ ਇਹ ਪ੍ਰੋਬਲਮ ਹੈ, ਜਾਂ ਫਿਰ ਉਹ ਤੁਹਾਨੂੰ ਡਿਊਟੀ ਨਹੀਂ ਦੇਣਗੇ। ਸੋ ਅਸੀਂ ਹਜ਼ੂਰ ਮਹਾਰਾਜ ਜੀ, ਦਰਸ਼ਨ ਦਾਸ ਜੀ ਦੀ ਜਿਹੜੇ ਵੀ ਡਿਊਟੀ ਕਰਦੇ ਆ, ਮੈਂ ਮੇਨ ਦੀ ਗੱਲ ਕਰਦਾ। ਸੇਵਕ ਠੀਕ ਆ, ਉਹਨਾਂ ਦੀ ਮਰਜ਼ੀ, ਉਹ ਕਵੇ ਮੈਂ ਅਜੇ ਅੰਦਰੋਂ ਪੱਕਾ ਨਹੀਂ, ਮੈਂ ਨਹੀਂ ਲਾਂਦਾ, ਮੈਂ ਉੱਦਾਂ ਮੰਨਦਾ, ਉਹਦੀ ਮਰਜ਼ੀ ਹੈ। ਪਰ ਜਿਹੜੇ ਡਿਊਟੀ ਵਾਲੇ ਹੈ, ਉਹ ਮਹਾਰਾਜ ਦੇ ਇੰਪਲੋਈ ਹੈ, ਠੀਕ ਹੈ, ਉਹਨਾਂ ਨੂੰ ਇਹ ਜਿਹੜੀਆਂ ਮਹਾਰਾਜ ਦੀਆਂ ਰਹਿਤਾਂ ਹੈਗੀਆਂ ਉਹ ਜ਼ਰੂਰ ਕਰਨੀਆਂ ਚਾਹੀਦੀਆਂ। ਕਿ ਜਦੋਂ ਆਪਣੀ ਡਿਊਟੀ ਕਰਦੇ ਨੇ, ਮਹਾਰਾਜ ਨੇ ਕਿਹਾ ਯੂਨੀਫਾਰਮ ਪਾਓ, ਤੇ ਜਦੋਂ ਯੂਨੀਫਾਰਮ ਪਾਈ ਤੇ ਤਿਲਕ ਲਗਾਓ, ਇਹ ਮਹਾਰਾਜ ਜੀ ਨੇ ਕਿਹਾ, ਮਹਾਰਾਜ ਜੀ ਨੇ ਦਿੱਤੀਆਂ। ਮੈਂ ਉਹ ਆਪ ਜੀ ਨੂੰ ਦੱਸ ਰਿਹਾ, ਅੱਗਿਓਂ ਕਿਸੇ ਨੇ ਕਰਨਾ ਜਾਂ ਨਹੀਂ ਕਰਨਾ, ਇਹਦਾ ਫਲ ਤੇ ਉਹਨੂੰ ਮਿਲਣਾ, ਮੈਨੂੰ ਥੋੜਾ ਮਿਲਣਾ। ਤੇ ਮੈਂ ਆਪ ਜੀ ਕਿਸੇ ਨੂੰ ਪਿਨ ਪੁਆਇੰਟ ਨਹੀਂ ਕਰ ਰਿਹਾ। ਠੀਕ ਆ, ਆਪ ਜੀ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ, ਆਪ ਬਾਹਰ ਕਮਿਊਨਿਟੀ 'ਚ ਨਹੀਂ ਲਾਣਾ ਚਾਹੁੰਦੇ, ਆਪ ਆਪਣੇ ਕੰਮ ਤੇ ਨਹੀਂ ਲਾਣਾ ਚਾਹੁੰਦੇ, ਠੀਕ ਹੈ, ਮਜਬੂਰੀ ਹੋਏਗੀ, ਕਈਆਂ ਨੂੰ ਸ਼ਾਇਦ ਸ਼ਰਮ ਆਉਂਦੀ ਹੋਏਗੀ, ਪਰ ਮੈਂ ਕਹਿੰਦਾ ਮੈਂ ਤੇ ਕਿਸਮਤ ਵਾਲਾ, ਭਾਗਾ ਵਾਲਾ ਕਿ ਇਹ ਗੁਰੂ ਨੇ ਮੇਰੇ ਅੰਦਰ ਹਿੰਮਤ ਦਿੱਤੀ, ਹਿੰਮਤ ਭਰੀ, ਤੇ ਮੈਨੂੰ ਇਹ ਤਿਲਕ ਲਗਵਾਇਆ। ਉਹ ਕਹਿੰਦੇ ਸੀ ਜਿੰਦਿਆਂ ਵੀ ਲਾਓ ਤੇ ਮਰਿਆਂ ਵੀ। ਔਰ ਇਹ ਮੈਂ ਕਿਹਾ ਆਪਣੇ ਬੱਚਿਆਂ ਨੂੰ ਵੀ ਕਿ ਜਦੋਂ ਮੈਂ ਇਸ ਸੰਸਾਰ ਤੋਂ ਜਾਵਾਂ, ਮੈਨੂੰ ਗੁਰੂ ਦੇ ਪਹਿਰਾਵੇ ਨਾਲ ਤੇ ਗੁਰੂ ਦੇ ਤਿਲਕ ਨਾਲ ਨਵਾਜਣਾ। ਸੋ
ਇਹ ਆਪਣਾ ਪਰਸਨਲ ਸੋਚ ਹੈ, ਜਿਸ ਤਰ੍ਹਾਂ ਆਪ ਚਾਹੁੰਦੇ ਹੋ। ਸੋ ਇਹਦੇ ਵਿੱਚ ਅਗਰ ਕਹਿੰਦੇ ਆ ਕੋਈ ਮੇਰੇ ਕੋਲ ਗਲਤੀ ਹੋ ਗਈ ਹੋਵੇ, ਤੇ ਮੈਂ ਆਪ ਜੀ ਕੋਲੋਂ ਸਭ ਕੋਲੋਂ ਮਾਫੀ ਚਾਹੁੰਦਾ, ਤੇ ਆਪ ਜੀ ਬਖਸ਼ਣਹਾਰ ਹੋ, ਬਖਸ਼ ਦੋਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਰੋਸਾ ਰੱਖ ਗੁਰੂ ਆਪਣੇ ਤੇ, ਕਾਰਜ ਜਿੰਨਾ ਸਵਾਰਨਾ, ਕਦੀ ਨਹੀਂ ਡੋਲਣਾ। ਮੈਂ ਕਹਿਣਾ ਭੁੱਲ ਗਿਆ ਕਿ ਸਾਡੀ ਭੈਣ ਨੇ ਇੱਕ ਨੇ ਕਿਹਾ ਸੀ ਕਿ ਭਾਜੀ ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ ਨੇ, ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਤੇ ਆਪ ਜੀ ਜੋ ਕਈ ਬੋਲਦੇ ਹੋ ਕਹਿੰਦੇ ਹੋ ਬਹੁਤ ਠੀਕ ਹੈ, ਪਰ ਮੈਂ ਕਿਸੇ ਨੂੰ ਇਹ ਮਜਬੂਰ ਨਹੀਂ ਕਰ ਰਿਹਾ, ਮੈਂ ਤੇ ਹਜ਼ੂਰ ਮਹਾਰਾਜ ਦਾ ਮੈਸੇਜ ਦੇ ਰਿਹਾ। ਹਜ਼ੂਰ ਕਿਹਾ ਕਰਦੇ ਸੀ ਕਿ ਮੈਂ ਜੋ ਕਹਿਣ ਆਇਆ ਉਹ ਮੈਂ ਕਹਿ ਜਾਣਾ, ਜੋ ਮੈਂ ਕਰਨਾ ਮੈਂ ਕਰ ਜਾਣਾ, ਤੁਸੀਂ ਕਰਨਾ ਕਰਿਓ, ਤੁਸੀਂ ਉੱਤੇ ਚੱਲਣਾ ਚੱਲਿਓ, ਮੈਨੂੰ ਨਹੀਂ ਪਰਵਾਹ। ਜੇ ਉਹਨਾਂ ਨੇ ਕਿਹਾ ਕਿ ਮੈਂ ਇਹ ਨਹੀਂ ਹੋਣ ਦੇਣਾ, ਉਹ ਨਹੀਂ ਹੋਣ ਦੇਣਾ, ਤੇ ਉਹਨਾਂ ਨੇ ਜੋ ਕਿਹਾ ਉਹ ਕਰ ਲਿਆ। ਉਹ ਕਹਿੰਦੇ ਕਿ ਪਹਿਲੀ ਸ਼ਹਾਦਤ ਮੇਰੀ ਹੋਏਗੀ, ਠੀਕ ਹੈ, ਜੋ ਮੈਂ ਕਹਿ ਰਿਹਾ ਇਹ ਮੈਂ ਆਪਣੀ ਮੌਤ ਨੂੰ ਦਾਵਤ ਦੇ ਰਿਹਾ, ਤੇ ਉਹ ਸੱਚਾਈ ਤੋਂ ਡਰੇ ਨਹੀਂ, ਉਹਨਾਂ ਨੇ ਕਿਹਾ, ਡਟ ਕੇ ਕਿਹਾ। ਤੇ ਜੇ ਅੱਜ ਮੈਂ ਉਹਨਾਂ ਦੀ ਗੱਲਾਂ ਆਪ ਜੀ ਨੂੰ ਦੁਹਰਾ ਰਿਹਾ, ਤਾਂ ਮੈਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ, ਕੋਈ ਪਰਵਾਹ ਨਹੀਂ। ਜਿੱਦਣ ਜਿਹੜੇ ਸਮੇਂ ਜਿਹੜੇ ਟਾਈਮ ਤੇ ਉਹ ਦਾਤੇ ਨੇ ਮੇਰੇ ਵਾਸਤੇ ਲਿਖਿਆ, ਉਦਣ ਹੀ ਜਾਣਾ, ਉਦਾਂ ਹੀ ਹੋਣਾ ਜਿੱਦਾਂ ਉਹਨੇ ਕਿਹਾ, ਠੀਕ ਹੈ, ਉਹ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਇਹ ਮੇਰਾ ਵਿਸ਼ਵਾਸ ਹੈ। ਸੋ ਇਸ ਕਰਕੇ ਡਰ ਦੀ ਕੋਈ ਗੁੰਜਾਇਸ਼ ਨਹੀਂ, ਠੀਕ ਹੈ। ਆਪ ਜੀ ਦਾ ਸਾਥ ਹੈ ਤੇ ਮੈਨੂੰ ਕਿਸੇ ਦਾ ਡਰ ਨਹੀਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਗੁਰੂ ਦਰਸ਼ਨ।